ਪ੍ਰਾਈਮ ਏਸ਼ੀਆ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਹਾਂ। ਮੈਂ ਹਾਂ ਨਵਜੀਤ। ਅੱਜ ਦੇ ਇਸ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਬਿਕਰਮ ਸਿੰਘ ਮਜੀਠੀਆ ਕੱਲ तक ਤਾਂ ਪਤਾ नहीं सी कित्थे है, पर ਅੱਜ एक ਪ੍ਰੈਸ ਕਾਨਫਰੰਸ ਕੀਤੀ ਹੈ। ਕਾਂਗਰਸ ਨੇ ਸੂਚੀ ਜਾਰੀ ਕੀਤੀ ਹੈ ਤੇ ਸੂਚੀ ਜਾਰੀ ਕਰਨ ਤੋਂ ਬਾਅਦ ਬਗਾਵਤੀ ਸੁਰਾਂ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਤੇ ਉਧਰ ਪ੍ਰਕਾਸ਼ ਸਿੰਘ ਬਾਦਲ ਹੁਣੀ ਚੋਣ ਮੈਦਾਨ ਵਿੱਚ ਫਿਰ ਉਤਰ ਆਏ ਨੇ। ਕਿੱਥੋਂ ਚੋਣ ਲੜਨੀ ਹੈ, ਖਬਰਾਂ ਹੋਰ ਵੀ बहुत ਸਾਰੀਆਂ। ਪੰਨੂ ਸਾਹਿਬ ਦਾ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਇੱਕ ਇੱਕ ਕਰਕੇ ਚਰਚਾ ਕਰਾਂਗੇ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਕੱਲ ਸ਼ਾਮ ਤੱਕ ਹਾਲਾਤ ਹੋਰ ਸੀਗੇ, ਅੱਜ ਪ੍ਰੈਸ ਕਾਨਫਰੰਸ ਕਰਕੇ ਚਰਨਜੀਤ ਸਿੰਘ ਚੰਨੀ ਤੇ बहुत सारे दोष लगाए है। किवें देखते प्रैस कॉन्फ्रेंस नूं? कल्ले चरणजीत सिंह चन्नी ते नहीं लाए, नाले चरणजीत सिंह चन्नी किते कल्ले बिक्रम सिंह मजीठीए दे इल्जाम नहीं डिगदा जी। ਉਹਦੇ ਖਿਲਾਫ ਤੇ 4 ਚਪੇਰਿਓਂ ਤਾਬੜਤੋੜ ਹਮਲੇ ਹੋ ਰਹੇ। ਦਿੱਲੀ ਤੋਂ ਅਰਵਿੰਦ ਕੇਜਰੀਵਾਲ ਆਵੇ ਜਾਂ ਉਹਦਾ ਸਹਾਇਕ ਰਾਘਵ ਚੱਡਾ ਆ ਜੇ, ਵਕਤ ਮਿਲੇ ਤੇ ਭਗਵੰਤ ਮਾਨ ਵੀ। ਇੱਧਰ ਅਕਾਲੀਆਂ 'ਚੋਂ ਸੁਖਬੀਰ ਸਿੰਘ ਬਾਦਲ ਹੋਵੇ, ਕੋਈ ਹੋਰ ਹੋਵੇ, ਭਾਜਪਾ ਵਾਲੇ ਵੀ ਜਿੱਦਣ ਇਹਨਾਂ ਨੂੰ ਚੇਤਾ ਨਹੀਂ ਆਉਂਦਾ ਸਾਰਿਆਂ ਨੂੰ, ਉਸ ਦਿਨ ਵਿੰਗੇ ਟੇਢੇ ਢੰਗ ਨਾਲ ਮਿਹਣੇ ਦੇਣ ਵਰਗਾ ਕੰਮ ਨਵਜੋਤ ਸਿੰਘ ਸਿੱਧੂ ਕਰ ਦਿੰਦਾ। ਚਰਨਜੀਤ ਸਿੰਘ ਚੰਨੀ ਨੂੰ ਛੱਡਦਾ ਕੌਣ ਹੈ? ਸਾਰੇ ਉਹਦੇ ਦੁਆਲੇ ਹੋਏ ਰਹਿੰਦੇ ਆ ਜੀ। ਹੋਏ ਰਹਿਣ ਦਿਓ। ਵੱਡੀ ਗੱਲ ਇਹ ਨਹੀਂ ਕਿ ਚਰਨਜੀਤ ਸਿੰਘ ਚੰਨੀ ਬਾਰੇ ਬਿਕਰਮ ਸਿੰਘ ਮਜੀਠੀਆ ਨੇ ਕੀ ਆਖਿਆ, ਵੱਡੀ ਇਹ ਹੈ ਕਿ ਉਹਨੇ ਸਮੁੱਚੀ ਸਰਕਾਰ ਦੇ ਉੱਤੇ ਦੋਸ਼ ਲਾਏ। ਉਦੋਂ ਵੀ ਵੱਡੀ ਇਹ ਕਿ ਜਦੋਂ ਇਹਨਾਂ ਦੇ ਆਖੇ ਕੋਈ ਪੁਲਿਸ ਵਾਲਾ ਕੰਮ ਕਰਨ ਨੂੰ ਤਿਆਰ ਨਹੀਂ ਸੀ ਤੇ ਇਹਨਾਂ ਨੇ ਇੱਕ DGP ਲਾਇਆ, ਸਾਡੀ ਨਜ਼ਰ 'ਚੋਂ ਬਹੁਤ ਇਮਾਨਦਾਰ ਸੀ। ਮੈਂ ਚਾਹੁੰਦਾ ਕਿ ਅਜੇ ਵੀ ਇਮਾਨਦਾਰ ਸਾਬਤ ਹੋਵੇ। ਪਰ ਜੋ ਪਿਛਲੀਆਂ 2-3 ਗੱਲਾਂ ਸਾਹਮਣੇ ਆਈਆਂ, ਬਿਕਰਮ ਸਿੰਘ ਮਜੀਠੀਆ ਨੇ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵੀ ਬਹੁਤ ਜ਼ਿਆਦਾ ਅਟੈਕ ਉਹਦੇ 'ਤੇ ਕੀਤਾ, ਸਿਧਾਰਥ ਚੱਟੋਪਾਧਿਆਏ 'ਤੇ। ਅੱਜ ਫੇਰ ਕਰ ਦਿੱਤਾ। ਉਹ ਜਿੰਨੀਆਂ ਗੱਲਾਂ ਕਹਿੰਦਾ ਪਿਆ, ਇੱਕ ਰਿਕਾਰਡਿੰਗ ਬਾਹਰ ਆ ਗਈ, ਉਸ ਰਿਕਾਰਡਿੰਗ ਦਾ ਰੌਲਾ ਪੈ ਰਿਹਾ। ਉਹਦੇ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਲਗਾਤਾਰ ਹਮਲਾਵਰੀ 'ਤੇ ਜੀ, ਜਿਨ੍ਹਾਂ ਦੇ ਕੋਲ ਸਰਕਾਰ ਹੈ ਉਹ ਇਸ ਵੇਲੇ ਦਬਾਅ ਥੱਲੇ ਨੇ। ਉਹ ਅਸੀਂ ਪੁਰਾਣੀ ਕਹਾਣੀ ਸੁਣਦੇ ਹੁੰਦੇ ਹਾਂ ਕਿ ਇੱਕ ਬੰਦਾ ਥੱਲੇ ਪਿਆ ਵੀ ਅੱਕ ਜਾਂਦਾ ਹੈ, ਮੈਨੂੰ ਉੱਤੇ ਆ ਲੈਣ ਦੇ, ਤੇ ਦੂਸਰਾ ਉੱਪਰ ਬੈਠਾ ਵੀ ਰੋਈ ਜਾਂਦਾ ਸੀ ਕਿ ਜੇ ਆ ਗਿਆ ਤੇ ਕੀ ਕਰੂ। ਕਾਂਗਰਸੀਆਂ ਤੋਂ ਗਲਤੀ ਇਹ ਹੋਈ ਹੈ ਕਿ 4.5 ਸਾਲ ਇਹ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਕੱਖ ਨਹੀਂ। ਜਦੋਂ ਉਹਨੂੰ ਰੌਲਾ ਪਾ ਕੇ ਕੱਢਿਆ ਤੇ ਨਾ ਸਰਕਾਰ ਚਲਾਈ ਜੀ, ਉਦੋਂ ਹਾਲਤ ਇਹ ਆ ਕਿ ਵੇਲੇ ਦੀ ਨਮਾਜ਼ ਹੁੰਦੀ ਆ, ਕਵੇਲੇ ਦੀਆਂ ਟੱਕਰਾਂ। ਇਹ ਹੁਣ ਕਵੇਲੇ ਦੀਆਂ ਟੱਕਰਾਂ ਮਾਰਦੇ ਪਏ ਆ। ਬਿਲਕੁਲ। ਨਾ ਇਹਨਾਂ ਦੇ ਆਖੇ ਕੋਈ ਪੁਲਿਸ ਵਾਲਾ ਕੰਮ ਕਰਨ ਨੂੰ ਤਿਆਰ ਹੈ, ਨਾ ਸਿਵਲ ਵਾਲਾ ਕਰਨ ਨੂੰ ਤਿਆਰ ਹੈ, ਨਾ ਇਹਨਾਂ ਨੂੰ ਕਰਾਉਣਾ ਹੀ ਆਉਂਦਾ। ਖਾਸ ਕਰਕੇ ਚਰਨਜੀਤ ਸਿੰਘ ਚੰਨੀ ਦੇ ਬਾਰੇ ਤਾਂ ਪੁਲਿਸ ਵਾਲੇ ਵੀ ਕਹੀ ਜਾਂਦੇ ਆ, ਸਿਵਲ ਵਾਲੇ ਵੀ ਕਹੀ ਜਾਂਦੇ ਆ, ਤਹਿਸੀਲਦਾਰ ਵੀ ਕਹੀ ਜਾਂਦੇ ਆ, ਡਾਕਟਰ ਵੀ ਕਹੀ ਜਾਂਦੇ ਆ, ਹਰ ਕੋਈ ਇਹ ਕਹੀ ਜਾਂਦਾ ਜੀ ਉਹ ਬੰਦਾ ਕੰਮ ਕਰਨ ਜੋਗਾ ਨਹੀਂ। ਜਿਹੜਾ ਪਹਿਲਾ ਪ੍ਰਭਾਵ ਸੀ ਕਿ ਪਹਿਲੀ ਵਾਰੀ ਦਲਿਤ ਬਣਿਆ ਤੇ ਆਹ ਕਰ ਦੂ ਉਹ ਕਰ ਦੂ, ਹੁਣ ਤਾਂ ਉਹਦਾ ਦਲਿਤ ਹੋਣਾ ਪਾਸੇ ਰਹਿ ਗਿਆ ਤੇ ਉਹਦਾ ਗਲਤ ਹੋਣਾ ਜਿਹੜਾ ਉਹ ਭਾਰੂ ਹੋ ਗਿਆ ਜੀ। ਦਲਿਤ ਹੋਣਾ ਇੱਕ ਕਿਸਮ ਦਾ ਉਹਨੂੰ ਸਤਿਕਾਰ ਦੇਣ ਵਾਲੀ ਗੱਲ ਸੀ ਕਿ ਗਰੀਬ ਭਾਈਚਾਰੇ 'ਚੋਂ ਆਏ ਕਿਸੇ ਨੂੰ ਵੀ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ। ਚਲੋ ਸ਼ੁਕਰ ਹੈ, ਇੱਕ ਬੰਨ੍ਹ ਟੁੱਟਾ, ਇੱਕ ਫਾਟਕ ਟੁੱਟਾ। ਪਰ ਉਹਦੇ ਬਾਅਦ ਗਲਤੀਆਂ ਜਿੰਨੀਆਂ ਉਹ ਲਗਾਤਾਰ ਕਰ ਗਿਆ, ਉਹਦਾ ਕਰਕੇ ਸਾਰੇ ਉਹਦੇ ਹੱਲ ਹੋ ਰਹੇ ਆ। ਹੁਣ ਬਿਕਰਮ ਸਿੰਘ ਮਜੀਠੀਆ ਨੇ ਇਹਨਾਂ ਦੇ ਨਾਲ ਜਿਸ ਤਰ੍ਹਾਂ ਪੁਲਿਸ ਦੇ DGP ਨੂੰ ਵੀ ਘੜੀਸ ਲਿਆ, ਔਰ ਅੱਜ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵੇ ਨੇ ਆਖਿਆ, ਮਜੀਠੀਆ ਨੇ ਤੇ ਜੀ ਧਮਕੀਆਂ ਦਿੱਤੀਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ, ਮੈਨੂੰ ਵੀ, ਪੁਲਿਸ ਦੇ DGP ਨੂੰ, ਪੁਲਿਸ ਵਾਲਿਆਂ ਨੂੰ ਧਮਕੀਆਂ ਦੇ ਰਹੇ। ਇਹ ਧਮਕੀਆਂ ਵੱਜਦੇ ਨੇ। ਸੁਖਬੀਰ ਸਿੰਘ ਬਾਦਲ ਪਿਛਲੇ 5 ਸਾਲਾਂ ਤੋਂ ਇਹੋ ਧਮਕੀਆਂ ਦੇ ਰਿਹਾ, ਮੇਰੇ ਕੋਲ ਲਾਲ ਕਿਤਾਬ ਆ, ਮੈਨੂੰ ਆ ਲੈਣ ਦਿਓ, ਲਾਲ ਕਿਤਾਬ ਮੈਂ ਕੱਢ ਲੈਣੀ ਹੈ, ਬਸ ਮੈਂ ਉਹਦੇ ਮੁਤਾਬਕ। ਕਿਹੜੀ ਲਾਲ ਕਿਤਾਬ ਹੈ? ਕੋਈ ਲਾਲ ਕਿਤਾਬ ਉਹਦੇ ਕੋਲ ਹੈ ਨਹੀਂ। ਮੈਨੂੰ ਪੁੱਛੋ ਤੇ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਡਰਾਉਣ ਦਾ ਇੱਕ ਟ੍ਰਿਕ ਆਉਂਦਾ ਜਿਹੜਾ ਇਹਨਾਂ ਨੂੰ ਨਹੀਂ ਆਉਂਦਾ। 2007 ਦੀਆਂ ਚੋਣਾਂ ਵੇਲੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸੀ, ਇਹੋ ਹੀ ਕਾਂਗਰਸੀ ਸਾਰੇ ਨਾਲ ਹੁੰਦੇ ਸੀ। ਉਹਨੇ ਪੂਰੇ ਸਫੇ ਦੇ ਇਸ਼ਤਿਹਾਰ ਦਿੱਤੇ ਸੀ ਕਿ ਜਦੋਂ ਮੈਂ ਆ ਗਿਆ ਤੇ ਆ ਫਲਾਣੇ ਵਿੱਚ ਫੋਟੋ ਤੁਸੀਂ ਪਛਾਣ ਲਓ, ਇਹਨਾਂ ਸਾਰਿਆਂ ਨੂੰ ਫੜ ਕੇ ਮੈਂ ਅੰਦਰ ਦੇ ਦੇਣਾ। ਉਹਨਾਂ 'ਚ ਪੌਂਟੀ ਚੱਡਾ ਸੀ। 1 ਮਹੀਨੇ ਬਾਅਦ ਪੌਂਟੀ ਚੱਡੇ ਨਾਲ ਰਾਤ ਨੂੰ ਉਹਨਾਂ ਨੇ ਖਾਣਾ ਖਾਧਾ, ਡਿਨਰ ਕੀਤਾ। ਉਦੋਂ ਬਾਅਦ ਪੌਂਟੀ ਚੱਡਾ ਇਹਨਾਂ ਦੇ ਨਾਲ ਸੀ ਜੀ।
ਇੱਕ IAS ਅਫਸਰ ਸੀ, ਇੱਥੋਂ ਡਰਦਾ ਭੱਜ ਗਿਆ ਕਿ ਸੁਖਬੀਰ ਸਿੰਘ ਬਾਦਲ ਆ ਗਿਆ। 6 ਮਹੀਨਿਆਂ ਬਾਅਦ ਕੇਂਦਰ ਸਰਕਾਰ ਦੀ ਡਿਊਟੀ ਤੋਂ ਉਹਨੂੰ ਹਟਾ ਕੇ ਲਿਆਂਦਾ, ਜਿਹਦੀਆਂ ਫੋਟੋ ਛਪਵਾਈਆਂ ਸੀ ਕਿ ਜੇ ਅਸੀਂ ਆ ਗਏ ਤੈਨੂੰ ਅੰਦਰ ਕਰ ਦੇਣਾ। ਉਹਨੂੰ ਲਿਆ ਕੇ ਚੀਫ ਸੈਕਟਰੀ ਬਣਾ ਦਿੱਤਾ ਪੰਜਾਬ ਦਾ। ਚੀਫ ਸੈਕਟਰੀ ਕੋਲ ਚੀਫ ਮਿਨਿਸਟਰ ਜਿੰਨੀਆਂ ਤਾਕਤਾਂ ਹੁੰਦੀਆਂ। ਇੱਕ ਪੁਲਿਸ ਅਫਸਰ ਦੀ ਫੋਟੋ ਲਾਈ ਸੀ, ਜੇ ਅਸੀਂ ਆ ਗਏ ਤੈਨੂੰ ਅੰਦਰ ਕਰ ਦੇਣਾ, ਤੇ ਆ ਕੇ ਉਸ ਪੁਲਿਸ ਅਫਸਰ ਨੂੰ ਪੰਜਾਬ ਦੀ ਪੁਲਿਸ ਦਾ DGP ਬਣਾ ਦਿੱਤਾ। ਇਸ ਵੇਲੇ ਜਿਹੜੀ ਲਾਲ ਕਿਤਾਬ ਸੁਖਬੀਰ ਸਿੰਘ ਬਾਦਲ ਕੋਲ ਆ, ਉਹਦੇ 'ਚ ਅਸਲ 'ਚ ਉਹ ਨੋਟ ਕਰਦਾ ਪਿਆ ਕਿ ਕਿਹੜੇ-ਕਿਹੜੇ ਬੰਦੇ ਕੰਮ ਦੇ ਆ। ਜੇ ਉਹਨਾਂ ਨੇ ਕਾਂਗਰਸੀਆਂ ਦੇ ਕਹਿਣ 'ਤੇ ਕੰਮ ਕੀਤਾ, ਆਪਣੀ ਡਿਊਟੀ ਤੋਂ ਗਾਂਹ ਜਾ ਕੇ ਵੀ ਕੀਤਾ, ਰਿਸਕ ਲਿਆ, ਮੇਰੇ ਵੀ ਕੰਮ ਆ ਸਕਦੇ, ਉਹ ਨੋਟ ਕਰਦਾ ਪਿਆ। ਬੰਦੇ ਇਹੋ ਜਿਹੇ ਜਿਹੜੇ ਕੱਲ੍ਹ ਨੂੰ, ਇਹ ਵੱਖਰੀ ਗੱਲ ਹੈ ਸੁਖਬੀਰ ਸਿੰਘ ਬਾਦਲ ਦੇ ਪੈਰ ਥੱਲੇ ਬਟੇਰਾ ਆਉਂਦਾ ਕਿ ਝਾਗ ਇੱਦਾਂ ਰਹਿ ਜਾਂਦੀ, ਉਹ ਤਾਂ ਬਾਅਦ 'ਚ ਪੰਜਾਬ ਦੇ ਲੋਕ ਜਾਣਦੇ ਆ ਜੀ। ਪਰ ਉਹਨੂੰ ਇਸ ਸਾਰੀ ਚੋਣ ਮੁਹਿੰਮ ਦੇ ਵਿੱਚ ਇਸ ਤਰ੍ਹਾਂ ਦੇ ਦਬਾਕੜੇ ਛੱਡਣੇ ਆਉਂਦੇ ਆ ਜਿਹੜੇ ਵੱਡੇ ਬਾਦਲ ਸਾਹਿਬ ਨੇ ਵੀ ਕਦੇ ਨਹੀਂ ਸੀ ਛੱਡੇ, ਤੇ ਹੁਣ ਅੱਜ ਕੱਲ੍ਹ ਮਜੀਠੀਆ ਵੀ ਛੱਡਣ ਲੱਗ ਪਿਆ। ਕਾਂਗਰਸੀ ਉੱਤੇ ਬੈਠੇ ਵੀ ਰੋਈ ਜਾ ਰਹੇ ਆ। ਗੱਲ ਤਾਂ ਪੰਨੂ ਸਾਹਿਬ ਸਹੀ ਹੈ। ਚਲੋ ਦੂਸਰੇ ਪਾਸੇ ਜੇ ਕਾਂਗਰਸ ਦੀ ਗੱਲ ਕਰਦੇ ਹਾਂ ਤੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ, 23 ਉਮੀਦਵਾਰਾਂ ਦੀ। 4 ਜਣੇ ਦੀ ਟਿਕਟ ਕੱਟ ਦਿੱਤੀ ਹੈ, ਹੁਣ ਕਹਿੰਦੇ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ। ਪੰਨੂ ਸਾਹਿਬ ਵਿੱਚ ਤਾਂ 2 ਜਣੇ ਰੋਂਦੇ ਵੀ ਪਏ ਸੀਗੇ, ਕਹਿੰਦੇ ਟਿਕਟ ਕੱਟ ਹੋ ਗਈ। ਜਿੱਦਣ ਉਹਨਾਂ ਨੂੰ ਟਿਕਟ ਮਿਲੀ ਸੀ ਉਦੋਂ ਵੀ ਕਿਸੇ ਤੋਂ ਖੋ ਕੇ ਮਿਲੀ ਸੀ ਜੀ। ਉਦੋਂ ਨੇ ਸੋਚਿਆ ਸੀ ਕਿ ਉਹ ਵੀ ਰੋਂਦੇ ਹੋਣਗੇ। ਇਹ ਤਾਂ ਜਦੋਂ ਵੀ ਚੋਣਾਂ ਆਉਂਦੀਆਂ ਨੇ ਹਰ ਵਾਰੀ ਚਰਚਾ ਹੋਣ ਲੱਗ ਪੈਂਦੀ ਆ ਕਿ ਸਿੱਲੀ ਸਿੱਲੀ ਆਉਂਦੀ ਆ ਵਾ, ਜ਼ਰੂਰ ਕੋਈ ਰੋਂਦਾ ਹੋਵੇਗਾ। ਜੀ। ਇਸ ਵਾਰੀ ਵੀ ਕਈ ਰੋਂਦੇ ਨੇ। ਸਤਿਕਾਰ ਕੌਰ ਬੀਬੀ ਪਿਛਲੇ ਦਿਨਾਂ 'ਚ ਕਿੰਨੀਆਂ ਕੁ ਚਰਚਿਆਂ 'ਚ ਰਹੀ, ਅੱਜ ਉਹ ਰੋਂਦੀ ਪਈ ਆ, ਪਰ ਜਦੋਂ ਉਹਨੂੰ ਟਿਕਟ ਮਿਲੀ ਸੀ ਉਦੋਂ ਵੀ ਕੋਈ ਰੋਇਆ ਹੋਊਗਾ। ਹੁਣ ਹੋਰ ਥਾਵਾਂ ਤੋਂ ਹੈ, ਅਸੀਂ ਇਕੱਲੇ ਦੀ ਉਹਨਾਂ ਦੀ ਚਰਚਾ ਨਾ ਕਰੀਏ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਬਲਕਿ ਉਹਨਾਂ ਦੀ ਚਰਚਾ ਕਰੀਏ ਜਿਨ੍ਹਾਂ ਨੂੰ ਸਮਝਿਆ ਜਾਂਦਾ ਸੀ ਕਿ ਟਿਕਟਾਂ ਇਸ ਵਾਰੀ ਕਾਂਗਰਸ ਨੇ ਨਹੀਂ ਦੇਣੀਆਂ। ਕਾਂਗਰਸ ਸਾਫ਼ ਸੁਥਰਾ ਅਕਸ ਬਣਾਉਣ ਦਾ ਯਤਨ ਕਰੇਗੀ ਤੇ ਉਹਨਾਂ ਨੂੰ ਦੇ ਦਿੱਤੀਆਂ ਨੇ। ਜਿਹੜੇ ਬੰਦੇ ਦੇ ਉੱਤੇ ਦੋਸ਼ ਲੱਗਦਾ ਸੀ ਕਿ ਕੱਚੀ ਸ਼ਰਾਬ ਵੇਚਣ 'ਚ ਉਹਦਾ ਰੋਲ ਹੈ, ਤੇ 130 ਬੰਦੇ ਮਾਝੇ 'ਚ ਮਰ ਗਏ, ਟਿਕਟ ਤੇ ਉਹਨੂੰ ਵੀ ਮਿਲ ਗਈ। ਜੀ। ਜਿਹੜੇ ਦੂਸਰਿਆਂ ਦੇ ਉੱਤੇ ਦੋਸ਼ ਲਾਉਂਦੇ ਸੀ ਕਿ ਅਸੀਂ ਭਾਈ ਭਤੀਜਾਵਾਦ ਨਹੀਂ ਕਰਨਾ, ਇੱਕ ਘਰ 'ਚ 2 ਟਿਕਟਾਂ ਨਹੀਂ ਦੇਣੀਆਂ, ਉਹਨਾਂ ਨੇ ਦੇ ਲਈਆਂ ਨੇ। ਸਭ ਤੋਂ ਵੱਧ ਤੇ ਰੌਲਾ ਇਸ ਗੱਲ ਦਾ ਨਵਜੋਤ ਸਿੰਘ ਸਿੱਧੂ ਪਾਉਂਦਾ ਸੀ, ਪੰਜਾਬ ਦੀ ਕਾਂਗਰਸ ਦਾ ਪ੍ਰਧਾਨ, ਤੇ ਆਪਣੇ ਭਤੀਜੇ ਨੂੰ ਸਮੀਤ ਨੂੰ ਜਿਹੜਾ ਪਿਛਲੇ 5 ਸਾਲਾਂ ਤੋਂ ਉਹਦੇ ਨਾਲ ਪਰਛਾਵੇਂ ਵਾਂਗ ਲੱਗਾ, ਉਹਦੇ PA ਦੇ ਤੌਰ ਤੇ ਵੀ ਕੰਮ ਕਰਦਾ, ਉਹਨੂੰ ਅਮਰਗੜ੍ਹ ਤੋਂ ਟਿਕਟ ਦਿਵਾਤੀ ਹੈ। ਪਿਛਲੇ ਸਾਲ ਜਦੋਂ ਸਿਆਸੀ ਰੈਲੀਆਂ ਦੇ ਸਵਾਲ ਦੇ ਉੱਤੇ ਰੌਲਾ ਪਿਆ ਸੀ ਤੇ ਕਿਸਾਨਾਂ ਦੇ 32 ਜਥੇਬੰਦੀਆਂ ਦਾ ਇੱਕ ਲੀਡਰ ਇੱਕ ਥਾਂ ਤੇ ਬੈਠੇ ਸੀ ਤੇ ਵਾਰੀ-ਵਾਰੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦ ਕੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਸੀ। ਉਦੋਂ ਹਰ ਪਾਰਟੀ ਦੇ ਲੀਡਰ ਕਿਸੇ ਦੇ 5, ਕਿਸੇ ਦੇ 3 ਗਏ ਸੀ ਤੇ ਨਵਜੋਤ ਸਿੰਘ ਸਿੱਧੂ ਗਿਆ ਤੇ ਇਹਦੇ ਨਾਲ ਸਮੀਤ ਗਿਆ ਸੀ, ਭਤੀਜਾ ਇਹਦਾ, ਤੇ ਰੌਲਾ ਪੈ ਗਿਆ ਸੀ ਕਿ ਕਿਹੜੀ ਕਪੈਸਿਟੀ 'ਚ ਗਿਆ। ਜਿੱਦਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਿਆ ਤੇ ਹੈਲੀਕਾਪਟਰ ਤੇ ਦਿੱਲੀ ਨੂੰ ਚੱਲੇ ਸੀ ਤੇ ਰਨਵੇ ਤੇ ਖਲੋਤਿਆਂ ਫੋਟੋ ਖਿਚਾਈ ਸੀ, ਸਮੀਤ ਨਾਲ ਸੀ। ਜੀ। ਜਦ ਚੱਲੀ ਮੈਂ ਸਿਨੇਮਾ ਵੇਖਣ ਤੇ ਮੇਰੇ ਨਾਲ ਚੱਲੇ ਨਹੀਂ ਗਿਰਧਾਰੀ ਲਾਲ। ਜਿਹੜਾ ਬੰਦਾ 5 ਸਾਲਾਂ ਤੋਂ ਨਵਜੋਤ ਸਿੰਘ ਸਿੱਧੂ ਦੇ ਪਰਛਾਵੇਂ ਵਾਂਗ ਚੱਲੇ ਨਹੀਂ ਗਿਰਧਾਰੀ ਲਾਲ, ਉਹਨੇ ਵੀ ਟਿਕਟ ਦਵਾਤੀ ਹੈ। ਇੱਥੇ ਭਾਈ ਭਤੀਜਾਵਾਦ ਨਹੀਂ ਗਾ। ਬੀਬੀ ਰਜਿੰਦਰ ਕੌਰ ਭੱਠਲ ਦੇ ਦਮਾਦ ਨੂੰ ਟਿਕਟ ਦੇ ਦਿੱਤੀ ਹੈ, ਉਹਦੇ ਬਾਰੇ ਕੋਈ ਨਹੀਂ ਸੋਚਿਆ। ਡਾਕਟਰ ਅਮਰ ਸਿੰਘ ਅੱਜ ਪਾਰਲੀਮੈਂਟ ਮੈਂਬਰ ਆ। ਪਾਰਲੀਮੈਂਟ ਮੈਂਬਰ ਬਣਨ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਨਾਲ ਰਹਿ ਕੇ ਕੀ ਕੰਮ ਕਰਦਾ ਸੀ, ਉਹਦਾ ਸਾਥੀ ਸੀ ਪਰਛਾਵੇਂ ਵਾਂਗ, ਉਹਦੇ ਪੁੱਤਰ ਨੂੰ ਟਿਕਟ ਦੇ ਦਿੱਤੀ ਹੈ। ਭਾਈ ਭਤੀਜਾਵਾਦ ਤੇ ਫਿਰ ਇਹਨਾਂ ਵੀ ਖਿਲਾਰ ਦਿੱਤਾ। ਜਿਹੜੇ ਦੂਸਰਿਆਂ ਤੇ ਗੱਲਾਂ ਕਰਦੇ ਸੀ, ਆਪ ਕਿਉਂ ਕਰ ਦਿੱਤੀਆਂ ਨੇ? ਇੱਕ ਘਰ 'ਚ 2 ਟਿਕਟਾਂ ਨਹੀਂ ਮਿਲਣੀਆਂ। ਹੁਣ ਸਿੱਧੂ ਤੇ ਸਮੀਤ ਇੱਕ ਘਰ 'ਚ 2 ਟਿਕਟਾਂ ਹੀ ਆ, ਬੀਬੀ ਭੱਠਲ ਤੇ ਉਹਦਾ ਦਮਾਦ 2 ਟਿਕਟਾਂ ਹੀ ਆ। ਜੀ। ਇੱਦਾਂ ਹੋਰਾਂ ਨੂੰ ਵੀ ਹੈ। ਇਹ ਹੁਣ ਤਾਂ ਨਵਜੋਤ ਸਿੰਘ ਸਿੱਧੂ ਨੂੰ ਇਹ ਸੋਚਣਾ ਪਊਗਾ ਕਿ ਰਿਸ਼ੀ ਮੁਨੀ ਕਹਿੰਦੇ ਹੁੰਦੇ ਆ, ਕਿਸੇ ਵੇਲੇ ਇੱਕ ਉਂਗਲ ਕਰੀਏ ਤੇ ਬਾਕੀ ਦੀਆਂ 3 ਆਪਣੇ ਹੱਲ ਹੋ ਜਾਂਦੀਆਂ। ਇਹ ਥੋੜ੍ਹਾ ਬਹੁਤ ਆਪਣੀਆਂ ਇਸ ਲਿਸਟ ਨੂੰ ਜਾਇਜ਼ ਠਾਉਣ ਵਾਸਤੇ ਕੁਝ ਦਲੀਲਾਂ ਲੱਭਣੀਆਂ ਪੈਣਗੀਆਂ। ਇਹ ਤਾਂ ਨਹੀਂ ਹੋ ਸਕਦਾ ਕਿ ਹਿੱਕ ਤੇ ਹੱਥ ਮਾਰ ਕੇ ਆਖੇ ਨਵਜੋਤ ਸਿੰਘ ਸਿੱਧੂ ਕਹਿੰਦਾ। ਲੋਕ ਪੁੱਛਣਾ ਤੇ ਚਾਹਣਗੇ। ਜੀ। ਜਿਨ੍ਹਾਂ ਉੱਤੇ ਕਰਪਸ਼ਨ ਦੇ ਦੋਸ਼ ਸੀ, ਚੁਣ ਕੇ ਉਹਨਾਂ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ। ਜਿਨ੍ਹਾਂ ਦੇ ਉੱਤੇ ਰੇਤ ਬਜਰੀ ਦੀ ਨਜਾਇਜ਼ ਮਾਈਨਿੰਗ ਦੇ ਦੋਸ਼ ਪਿਛਲੇ ਕਈ ਸਾਲਾਂ ਤੋਂ ਲੱਗਦੇ ਆ ਰਹੇ, ਟਿਕਟਾਂ ਉਹਨਾਂ ਨੂੰ ਦੇ ਦਿੱਤੀਆਂ।
ਜਿਨ੍ਹਾਂ ਨੇ ਸ਼ਡਿਊਲਡ ਕਾਸਟ ਜਾਤੀ ਵਾਲੇ ਵਿਦਿਆਰਥੀਆਂ ਦਾ ਵਜ਼ੀਫਾ ਖਾ ਲਿਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਹੁੰਦਿਆਂ ਆ ਹੁਣ ਦੀ ਸਰਕਾਰ ਵਾਲੇ ਸਾਰੇ ਰੋਜ਼ ਰੌਲਾ ਪਾਉਂਦੇ ਹੁੰਦੇ ਸੀ। ਨਵੀਂ ਸਰਕਾਰ ਬਣੀ ਤੇ ਉਹਨਾਂ ਨੂੰ ਵਿੱਚ ਨਹੀਂ ਸੀ ਵੜਨ ਦਿੱਤਾ, ਟਿਕਟਾਂ ਤੇ ਉਹਨਾਂ ਨੇ ਵੀ ਦੇ ਦਿੱਤੀਆਂ। ਇਹ ਜਿੰਨੇ ਸਨ ਜਿਹੜੇ ਕਰਪਟ ਸਨ, ਚੁਣ ਕੇ ਜਿਹਨਾਂ ਉੱਤੇ ਉਂਗਲਾਂ ਉਠਾਉਂਦੇ ਸੀ, ਉਹਨਾਂ ਸਾਰਿਆਂ ਨੂੰ ਟਿਕਟਾਂ ਦੇ ਦਿੱਤੀਆਂ। ਤੇ ਜੇ ਇਹਨਾਂ ਨੂੰ ਦਿੱਤੀਆਂ ਤੇ ਜਿਹੜੇ 5-7 ਰਹਿ ਗਏ ਇਹਨਾਂ ਨੂੰ ਵੀ ਦੇ ਦੇਣੀਆਂ ਜੀ, ਜਾਂ ਫਿਰ ਇਹ ਕਿ ਉਹਨਾਂ ਦੀ ਥਾਂ ਤੇ ਜ਼ਿਆਦਾ ਕਮਾਊ ਪੁੱਤ ਲੱਭ ਗਏ ਹੋਣਗੇ ਤਾਂ ਇਹਨਾਂ ਨੂੰ ਨਹੀਂ ਦਿੱਤੀਆਂ ਜੀ। ਲੋੜ ਤਾਂ ਪਾਰਟੀ ਨੂੰ ਕਮਾਊ ਪੁੱਤਾਂ ਦੀ ਹੈ, ਕਮਾਊ ਪੁੱਤਾਂ ਨੂੰ ਮਿਲ ਗਈਆਂ ਹੋਣਗੀਆਂ। ਇਹ ਥੋੜ੍ਹੇ ਘੱਟ ਕਮਾਈ ਕਰਨ ਵਾਲੇ ਹੋਣੇ ਆ, ਇਹ ਨਹੀਂ ਕਿ ਸਾਫ਼ ਸੁਥਰੇ ਆ। ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਵੀ ਸਾਫ਼ ਸੁਥਰੇ ਕੋਈ ਨਹੀਂ ਜੀ। ਇਸ ਰਾਜਕਾਜ ਦੇ ਪ੍ਰਬੰਧ 'ਚ, ਇਸ ਸਿਸਟਮ 'ਚ ਸਾਫ਼ ਸੁਥਰਾ ਦਿਸਦਾ ਕੌਣ ਹੈ? ਜੀ। ਸੋ ਇਹ ਇਦਾਂ ਦੀ ਖਿੱਚੋਤਾਣ ਇਹਨਾਂ ਦੀ ਕਾਂਗਰਸ ਦੀ ਬਾਹਰ ਆ ਰਹੀ ਹੈ। ਪੰਨੂ ਸਾਹਿਬ ਪੰਜਾਬ ਮਾਡਲ ਲੈ ਕੇ ਆਉਣਾ, ਕਹਿੰਦੇ ਭ੍ਰਿਸ਼ਟਾਚਾਰ ਖਤਮ ਕਰਨਾ, ਪਰ ਟਿਕਟਾਂ ਜਿਸ ਹਿਸਾਬ ਨਾਲ ਦਿੱਤੀਆਂ ਫਿਰ ਸਵਾਲ ਬਹੁਤ ਵੱਡੇ ਉੱਠਣੇ। ਇਹ ਮਾਡਲ ਦੀ ਪਹਿਲੀ ਝਲਕ ਸਮਝ ਲਓ ਤੁਸੀਂ। ਇਬਤ ਦਾ ਇਸ਼ਕ ਰੋਤਾ ਹੈ ਕਿ ਆਗੇ ਆਗੇ ਦੇਖੀ ਹੋਤਾ ਹੈ ਕਿ 4 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਸੀ ਇਹ ਜੇ ਟ੍ਰੇਲਰ ਆ, ਫਿਲਮ ਅਸੀਂ ਵਿਖਾਉਣੀ ਆ। ਆ ਫਿਲਮ ਦਾ ਪਹਿਲਾ ਸੀਨ ਆ ਗਿਆ ਜੀ। ਪੰਨੂ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਿੱਖਾਂ ਪ੍ਰਤੀ ਇੱਕ ਬਿਆਨ ਦਿੱਤਾ ਸੀ ਜਿਹੜੇ ਭਾਜਪਾ 'ਚ ਚਲੇ ਗਏ ਸੀਗੇ। ਉਹ ਮਾਮਲਾ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪਹੁੰਚ ਗਿਆ। ਪ੍ਰੋਫੈਸਰ ਸਰਚਾਂਦ ਸਿੰਘ ਹੁਣਾਂ ਨੇ ਇੱਕ ਚਿੱਠੀ ਲਿਖੀ ਹੈ। ਇਹ ਪੂਰਾ ਮਾਮਲਾ ਕੀ ਹੈ, ਸਮਝਾਇਓ। ਮੈਂ ਪ੍ਰੋਫੈਸਰ ਸਰਚਾਂਦ ਸਿੰਘ ਨੂੰ ਅੱਜ ਤੱਕ ਮਿਲਿਆ ਨਹੀਂ। ਇੱਕ ਵਾਰੀ ਫੋਨ ਦੇ ਉੱਤੇ 3-4 ਮਿੰਟ ਗੱਲ ਹੋਈ ਸੀ। ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਪ੍ਰੋਫੈਸਰ ਕਿੱਥੋਂ ਨੇ ਡਿਗਰੀ, ਮੈਂ ਉਹਦੇ 'ਚ ਨਹੀਂ ਜਾਂਦਾ ਜੀ। ਪਰ ਮੈਂ ਇੱਕ ਗੱਲ ਪੁੱਛਦਾ ਕਿ ਅਕਾਲੀਆਂ ਨੇ ਇਹ ਕੋਈ ਦਫ਼ਤਰ ਖੋਲ੍ਹਿਆ ਜਿੱਥੇ ਸਰਟੀਫਿਕੇਸ਼ਨ ਕਰਦੇ ਆ ਕਿ ਜਿਹੜਾ ਇਹਨਾਂ ਦੇ ਨਾਲ ਉਹ ਸਿੱਖ ਆ ਤੇ ਜਿਹੜਾ ਇਹਨਾਂ ਤੋਂ ਦੂਰ ਚਲਾ ਗਿਆ ਉਹ ਸਿੱਖ ਨਹੀਂ ਰਹਿ ਗਿਆ? ਠੇਕਾ ਲੈ ਲਿਆ ਇਹਨਾਂ ਨੇ। ਪਹਿਲਾਂ ਇਹ ਕਾਮਰੇਡਾਂ ਬਾਰੇ ਇਹੋ ਕਹਿੰਦੇ ਰਹੇ, ਫਿਰ ਇਹ ਕਾਂਗਰਸੀਆਂ ਬਾਰੇ ਕਹਿਣ ਲੱਗ ਪਏ। ਹੁਣ ਜਿਹੜੇ ਇਹਨਾਂ ਦੇ ਵਿੱਚ ਸੀ ਤੇ ਭਾਜਪਾ 'ਚ ਚਲੇ ਗਏ, ਲੈ ਕੇ ਤੇ ਪਹਿਲਾਂ ਭਾਜਪਾ 'ਚ ਆਪ ਗਏ ਸੀ। 1996 'ਚ ਇਹਨਾਂ ਨੇ ਗੰਢ ਚਿਤਰਾਵਾ ਕੀਤਾ ਭਾਜਪਾ ਨਾਲ, 24 ਸਾਲ ਸਾਂਝ ਰੱਖੀ 2020 ਤੱਕ। ਜਦੋਂ ਇਹ 24 ਸਾਲ ਭਾਜਪਾ ਨਾਲ ਸਾਂਝ ਸੀ, ਉਦੋਂ ਤੇ ਭਾਜਪਾ ਵਾਲਿਆਂ ਦੇ ਭਾਂਡੇ ਮਾਂਜਣ ਤੱਕ ਵੀ ਤਿਆਰ ਰਹਿੰਦੇ ਸੀ। ਹੁਣ ਇਹਨਾਂ ਨੇ ਕਹਿਤਾ ਕਿ ਇਹ ਸਿੱਖ ਜਿਹੜੇ ਭਾਜਪਾ 'ਚ ਚਲੇ ਗਏ ਇਹ ਤਾਂ ਸਿੱਖੀ ਨੂੰ ਬੇਦਾਵਾ ਦੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਂ ਲੱਗਦਾ ਕਿ ਉਹਨੇ ਆਖਿਆ ਬੇਦਾਵਾ ਦੇ ਗਏ। ਕੀ ਉਹਨਾਂ ਨੇ ਸਿੱਖ ਧਰਮ ਬਦਲ ਲਿਆ? ਉਹ ਕ੍ਰਿਸਚੀਅਨ ਹੋ ਗਏ ਨੇ, ਹਿੰਦੂ ਹੋ ਗਏ ਨੇ, ਮੁਸਲਿਮ ਹੋ ਗਏ ਨੇ, ਪਾਰਸੀ ਹੋ ਗਏ ਨੇ, ਕੀ ਹੋ ਗਏ ਨੇ? ਉਹ ਸਿੱਖ ਤੇ ਹੋ ਜੇ ਵੀ ਨਹੀਂ। ਜਦੋਂ ਅੰਮ੍ਰਿਤਸਰ ਤੋਂ ਭਾਜਪਾ ਨੇ ਦਇਆ ਸਿੰਘ ਸੋਢੀ ਨੂੰ ਟਿਕਟ ਦਿੱਤੀ ਸੀ ਤੇ ਇਹਨਾਂ ਨੇ ਸਾਰਿਆਂ ਹੀ ਅਕਾਲੀਆਂ ਨੇ ਆਪ ਜਾ ਕੇ ਆਖਿਆ ਸੀ ਗੁਰਸਿੱਖ ਹੈ ਜੀ, ਇਹਨੂੰ ਵੋਟਾਂ ਪਾਓ। ਉਦੋਂ ਭਾਜਪਾ ਵਿਚਲਾ ਸਿੱਖ ਚੰਗਾ ਲੱਗਦਾ ਸੀ। ਜਦੋਂ ਨਵਜੋਤ ਸਿੰਘ ਸਿੱਧੂ ਆਇਆ ਵੀ ਭਾਜਪਾ 'ਚ ਸਿੱਖ ਸੀ। ਸੁਖਪਾਲ ਸਿੰਘ ਨੰਨੂ ਭਾਜਪਾ ਵੱਲੋਂ MLA ਬਣਦਾ ਸੀ, ਸਿੱਖ ਸੀ। ਉਦੋਂ ਤੇ ਇਹਨਾਂ ਨੇ ਆਖਿਆ ਨਹੀਂ ਕਿ ਜਿਹੜਾ ਭਾਜਪਾ 'ਚ ਉਹ ਸਿੱਖ ਨਹੀਂ ਹੋ ਸਕਦਾ। ਇਹ ਕਈ ਵਾਰੀ ਇਹਨਾਂ ਨੇ ਤਮਾਸ਼ੇ ਕੀਤੇ ਆ, ਰਿਓੜੀ ਪ੍ਰਸ਼ਾਦ ਨਹੀਂ ਤੇ ਫਲਾਨੀ ਜਾਤੀ ਦਾ ਬੰਦਾ ਸਿੱਖ ਨਹੀਂ, ਇਹ ਵੀ ਤੇ ਪ੍ਰਚਾਰ ਇਹ ਕਰਦੇ ਰਹੇ ਜੀ। ਕਈਆਂ ਜਾਤਾਂ ਨਾਲ ਜੋੜ ਕੇ ਕਹਿੰਦੇ ਰਹੇ। ਹੁਣ ਜੇ ਇਹ ਗੱਲ ਕਰਨੀ ਆ ਤੇ ਤੁਹਾਡੇ ਦੇ ਤਖਤਾਂ ਦੇ ਪ੍ਰਧਾਨ ਤੇ ਜਥੇਦਾਰ ਵੀ ਇਸ ਵੇਲੇ ਭਾਜਪਾ ਵਾਲਿਆਂ ਨਾਲ ਜੋਟੇ ਪਾਉਂਦੇ ਪਏ ਆ, ਫਿਰ ਸਾਰੇ ਸਿੱਖ ਨਾ ਰਹਿ ਗਏ, ਬੇਦਾਵਾ ਦੇ ਗਏ। ਬੇਦਾਵਾ ਕੀ ਸੀ? ਔਖੇ ਹਾਲਾਤ ਵਿੱਚ ਜਿਹੜੇ ਨਾਲ ਨਹੀਂ ਨਿਭ ਸਕੇ, ਉਹਨਾਂ ਨੇ 10ਵੇਂ ਗੁਰੂ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖ ਕੇ ਦੇ ਦਿੱਤਾ ਸੀ ਕਾਗਜ਼ 'ਤੇ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਜਦੋਂ ਉਹ ਘਰੀਂ ਗਏ ਤੇ ਔਰਤਾਂ ਨੇ ਮਿਹਣੇ ਮਾਰੇ ਤੇ ਮਾਈ ਭਾਗੋ ਆਪ ਘੋੜੇ 'ਤੇ ਚੜ੍ਹ ਕੇ ਜੰਗ ਲੜਨ ਤੁਰ ਪਈ ਤੇ ਉਹ ਵੀ ਨਾਲ ਤੁਰ ਪਏ। ਮੁਕਤਸਰ 'ਚ ਜਾ ਕੇ ਜਾਨਾਂ ਵਾਰ ਕੇ ਕੁਰਬਾਨੀਆਂ ਦੇ ਕੇ ਬੇਦਾਵਾ ਪੜਵਾਇਆ ਸੀ। ਇਹ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਖੇ ਕਿ ਸਿੱਖ ਸਿੱਖੀ ਨੂੰ ਬੇਦਾਵਾ ਦੇ ਗਏ। ਸਰਚਾਂਦ ਸੋ ਪੁੱਛਦਾ ਕਿ 24 ਸਾਲ ਜਿਹੜੇ ਅਕਾਲੀ ਭਾਜਪਾ ਦੇ ਨਾਲ ਰਹੇ ਸੀ, ਉਹਨਾਂ ਨੇ ਆਪਣਾ ਬੇਦਾਵਾ ਪੜਾਉਣ ਵਾਸਤੇ ਕਿਹੜੀਆਂ ਕੁਰਬਾਨੀਆਂ ਦਿੱਤੀਆਂ ਸੀ, ਸਾਨੂੰ ਉਹ ਦੱਸ ਦਿਓ, ਅਸੀਂ ਵੀ ਕਰ ਲਈਏ ਜੀ। ਆਖਿਰਕਾਰ ਇਹ ਬੇਦਾਵਾ ਲਫ਼ਜ਼ ਨੇ ਐਡਾ ਸਸਤਾ ਕਿਉਂ ਕਰਤਾ? ਇਹ ਜਿਹੜੀ ਇਹਨਾਂ ਦੀ ਮਰਜ਼ੀ ਹੈ, ਇਹਨਾਂ ਦੀ ਮਰਜ਼ੀ ਸਿੱਖੀ ਬਣ ਜਾ ਕਰੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਥੋੜ੍ਹਾ ਜਿਹਾ ਸੰਭਲ ਕੇ ਬੋਲਣਾ ਚਾਹੀਦਾ ਜੀ। ਪਹਿਲਾਂ ਜਿਹੜਾ ਵੀਰ ਬਾਲ ਦਿਵਸ ਮਨਾਉਣ ਦੀ ਗੱਲ ਸੀ, ਉਹਦੇ ਉੱਤੇ ਬਾਹਰਲੇ 2 ਤਖਤਾਂ ਦੇ ਜਥੇਦਾਰ ਉਹਦੀ ਹਮਾਇਤ ਕਰਦੇ ਆ।
ਅਮਰੀਕਾ ਕੈਨੇਡਾ ਦੀਆਂ ਗੁਰਦੁਆਰਾ ਕਮੇਟੀਆਂ ਹਮਾਇਤ ਕਰਦੀਆਂ ਨੇ, ਸਿੱਖ ਸੰਸਥਾਵਾਂ ਹਮਾਇਤ ਕਰਦੀਆਂ ਨੇ, ਦਮਦਮੀ ਟਕਸਾਲ ਹਮਾਇਤ ਕਰਦੀ ਹੈ, ਸ਼੍ਰੋਮਣੀ ਕਮੇਟੀ ਦਾ ਸਾਬਕਾ ਪ੍ਰਧਾਨ ਹਮਾਇਤ ਕਰਦਾ, ਹਰਜਿੰਦਰ ਸਿੰਘ ਧਾਮੀ ਉਹਦਾ ਵਿਰੋਧ ਕਰਨ ਲੱਗ ਪਿਆ। ਜਾਂ ਤਾਂ ਧਾਮੀ ਸਾਹਿਬ ਨੂੰ ਕਿਸੇ ਨਾ ਕਿਸੇ ਪਾਸਿਓਂ ਕੋਈ ਸੁਨੇਹਾ ਆਉਂਦਾ ਕਿ ਤੁਸੀਂ ਇੰਨਾ ਕੁ ਵਿਰੋਧ ਕਰਕੇ ਵੇਖੋ, ਜੇ ਗੱਲ ਚੱਲ ਪਈ ਤਾਂ ਆਪਾਂ ਚੁੱਕ ਦਿਆਂਗੇ, ਨਾ ਚੱਲੀ ਵਾਪਸ ਲੈ ਲਾਂਗੇ, ਚੱਲ ਗਿਆ ਤੇ ਤੀਰ ਨੇ ਤੇ ਤੁੱਕਾ ਹੀ ਸੀ ਜੀ। ਇਹ ਤੀਰ ਤੁੱਕੇ ਜੇ ਚਲਾਉਣੇ ਹੋਣੇ ਇਹਨਾਂ ਨੂੰ ਬੰਦ ਕਰਨੇ ਚਾਹੀਦੇ ਆ। ਇਹਦੇ ਨਾਲ ਪਹਿਲਾਂ ਬਥੇਰਿਆਂ ਨੇ ਨੁਕਸਾਨ ਕੀਤਾ, ਹੁਣ ਜੇ ਫਿਰ ਇੱਦਾਂ ਕਰਦੇ ਰਹਿਣਗੇ। ਔਰ ਸਚਾਨ ਸਿੰਘ ਨੇ ਚਿੱਠੀ ਲਿਖ ਦਿੱਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ। ਮੈਨੂੰ ਪਤਾ ਅਕਾਲ ਤਖਤ ਸਾਹਿਬ ਦਾ ਅੱਜ ਕੱਲ੍ਹ ਜਿਹੜਾ ਕਾਰਜਕਾਰੀ ਜਥੇਦਾਰ ਆ, ਉਹ ਜਦ ਤੱਕ ਉਹਨੂੰ ਉੱਥੋਂ ਸੁਨੇਹਾ ਨਾ ਆਵੇ ਵੀ ਆਪਾਂ ਇਹ ਕੰਮ ਕਰਨਾ, ਉਹਨਾਂ ਚਿਰ ਤੱਕ ਉਹ ਸਾਰੀਆਂ ਚਿੱਠੀਆਂ ਫਾਈਲਾਂ 'ਚ ਰੱਖੀ ਜਾਂਦਾ। ਉਹ ਤਾਂ ਕਿਸੇ ਤੋਂ ਚਿੱਠੀ ਲੈਂਦਾ ਵੀ ਨਹੀਂ। ਇੱਕ ਦੋ ਪੀਏ ਇਹਨਾਂ ਜਥੇਦਾਰਾਂ ਨੇ ਰੱਖੇ ਹੁੰਦੇ ਆ, ਆਏ ਗਏ ਤੋਂ ਚਿੱਠੀਆਂ ਲਈ ਜਾਂਦੇ ਆ, ਲੈ ਕੇ ਫਾਈਲ 'ਚ ਲਾਈ ਜਾਂਦੇ, ਇਹੋ ਜੀ ਤੁਹਾਡੀ ਚਿੱਠੀ ਆ ਗਈ, ਬਸ ਉਹ ਚਿੱਠੀ ਦੇ ਕੇ ਖੁਸ਼, ਇਹ ਚਿੱਠੀ ਲੈ ਕੇ ਕੁਝ ਕੰਮ ਤੇ ਹੋਣਾ ਕੋਈ ਨਹੀਂ ਗਾ। ਸਰਚਾਂਸ ਦੀ ਚਿੱਠੀ ਪਹੁੰਚ ਗਈ, ਹੋਣਾ ਇੱਥੇ ਵੀ ਕੱਖ ਨਹੀਂ। ਖਾਨਾ ਪੂਰਤੀ ਦਾ ਕੰਮ ਹੋ ਰਿਹਾ, ਚਿੱਠੀਆਂ ਰੱਖ ਕੇ ਜਮ੍ਹਾਂ ਕਰੀ ਜਾ ਰਹੇ। ਦੂਸਰੇ ਪਾਸੇ ਪੰਨੂ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਕਰੋਨਾ ਪੋਜ਼ਿਟਿਵ ਸੀ, ਰਿਪੋਰਟ ਠੀਕ ਆ ਗਈ ਤੇ ਘਰ ਚਲ ਗਏ ਆ, ਤੇ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹ ਐਲਾਨ ਕਰ ਦਿੱਤਾ ਕਿ ਲੰਬੀ ਤੋਂ ਚੋਣ ਲੜਨਗੇ। ਕਿਵੇਂ ਦੇਖਦੇ ਆ ਬਾਪੂ ਜੀ, ਇੱਕ ਵਾਰ ਫਿਰ ਤੋਂ ਸਿਆਸਤ ਵਿੱਚ ਆ ਰਹੇ ਨੇ? ਬਾਪੂ ਨੂੰ ਹੁਣ ਨਾ ਥੋੜ੍ਹਾ ਜਿਹਾ ਸਿੱਧ ਕਰਨਾ ਚਾਹੀਦਾ। ਕੀ ਲੈਣਾ ਇਸ ਉਮਰ 'ਚ ਚੋਣਾਂ ਲੜ ਕੇ? ਸਾਰੀ ਉਮਰ ਬਥੇਰਾ ਰਾਜ ਭੋਗ ਲਿਆ। ਕਦੇ ਕਦੇ ਇੱਥੇ ਕੁ ਜਾ ਕੇ ਬੰਦੇ ਨੂੰ ਤਸੱਲੀ ਜੀ ਹੋ ਜਾਣੀ ਚਾਹੀਦੀ ਹੈ ਕਿ ਬਹੁਤ ਰਾਜ ਮਾਣ ਲਿਆ, 5 ਵਾਰੀ ਮੁੱਖ ਮੰਤਰੀ ਬਣ ਗਏ। ਅੱਗੇ ਇਹਨਾਂ ਚੋਣਾਂ ਨੇ ਤੰਗ ਕੀਤਾ ਸੀ ਤੇ ਬਾਪੂ ਬਿਮਾਰ ਹੋਇਆ ਤੇ ਲੈ ਕੇ ਲੁਧਿਆਣੇ DMC ਹਸਪਤਾਲ ਗਏ। ਹੁਣ ਮੁੰਡੇ ਨੇ ਵੀ ਚੋਣ ਲੜਨੀ ਆ, ਮੁੰਡੇ ਦੇ ਸਾਲੇ ਨੇ ਵੀ ਚੋਣ ਲੜਨੀ ਆ, ਸਾਰੇ ਪੰਜਾਬ 'ਚ ਵੀ ਚੋਣ ਲੜਨੀ ਆ, ਚੇਲਿਆਂ ਚਾਂਟਿਆਂ ਨੇ ਵੀ ਚੋਣ ਲੜਨੀ ਆ। ਕੱਲ੍ਹ ਨੂੰ ਬਾਪੂ ਬੁੱਢੇ ਅੱਡ ਹੈ, ਤੁਰਿਆ ਫਿਰਦਿਆਂ ਫਿਰ ਕੋਈ ਸਮੱਸਿਆ ਆ ਗਈ, ਉਹ ਚੋਣਾਂ ਲੜਨਗੇ ਕਿ ਬਾਪੂ ਨੂੰ ਸੰਭਾਲਣਗੇ? ਮਸਾਂ ਸਿਹਤ ਠੀਕ ਹੋਈ, ਬਾਪੂ ਨੂੰ ਆਰਾਮ ਕਰਨਾ ਚਾਹੀਦਾ। ਪਰ ਜੇ ਬਾਪੂ ਆਖੇ ਮੈਂ ਚੋਣ ਲੜਨੀ ਹੈ ਤੇ ਸੰਵਿਧਾਨਕ ਤੌਰ ਤੇ, ਕਾਨੂੰਨੀ ਤੌਰ ਤੇ ਕੋਈ ਅੜਿੱਕਾ ਹੈ ਨਹੀਂ। ਮੁਸ਼ਕਿਲ ਇਹ ਆ ਕਿ ਇਹ ਰਾਜ ਗੱਦੀ ਦਾ ਮੋਹ ਇਹ ਐਡਾ ਭੈੜਾ ਹੁੰਦਾ ਕਿ ਜਿਹਨੂੰ ਇੱਕ ਵਾਰੀ ਇਹ ਚਸਕਾ ਲੱਗ ਜਾਵੇ ਮੁੜ ਕੇ ਉਹ ਛੱਡਦਾ ਨਹੀਂ। ਉਹ ਕਹਿੰਦਾ ਕਿ ਜਦ ਤੱਕ ਹੈਗੇ ਆ ਬਸ ਰਾਜ ਮਾਣੋ। ਫਾਰੂਕ ਅਬਦੁੱਲੇ ਨੇ ਆਪਣੇ ਮੁੰਡੇ ਉਮਰ ਅਬਦੁੱਲੇ ਨੂੰ ਗੱਦੀ ਸੌਂਪਤੀ ਜਾਂ ਮੁੰਡੇ ਨੇ ਖੋਲੀ, ਉਹ ਜੋ ਗਲਤ ਹੋਈ ਨਾ। ਮੁਲਾਇਮ ਸਿੰਘ ਯਾਦਵ ਨੇ ਆਪਣੇ ਮੁੰਡੇ ਨੂੰ ਗੱਦੀ ਸੌਂਪਤੀ ਜਾਂ ਮੁੰਡੇ ਨੇ ਖੋਲੀ, ਇੱਕ ਗਲਤੀ ਹੋਈ ਨਾ। ਇੱਦਾਂ ਹੋਇਆ ਨਾ। ਇੱਥੇ ਪੰਜਾਬ ਦੇ ਵਿੱਚ ਵੱਡੇ ਬਾਦਲ ਸਾਹਿਬ ਕੀ ਚਾਹੁੰਦੇ ਆ ਕਿ ਉਹਨੇ ਸਾਰਾ ਕੁਝ ਮੇਰੇ ਤੋਂ ਖੋਣ। ਪਿਛਲੀ ਵਾਰੀ 2012 ਦੇ ਵਿੱਚ ਪੱਕਾ ਕਿਹਾ ਗਿਆ ਸੀ ਕਿ ਜਿੰਨੀ ਕੁ ਟ੍ਰੇਨਿੰਗ ਦੇਣੀ ਹੈ ਸੁਖਬੀਰ ਸਿੰਘ ਨੂੰ ਦੇ ਦਿੱਤੀ। ਹੁਣ 2012 'ਚ ਜਿੱਤ ਗਿਆ ਤੇ ਮੁੱਖ ਮੰਤਰੀ ਸੁਖਬੀਰ ਸਿੰਘ ਬਣੋ। ਤੇ ਜਦੋਂ ਬਣਨ ਦਾ ਵੇਲਾ ਆਇਆ ਤੇ ਬਾਦਲ ਸਾਹਿਬ ਨੇ ਅੱਜ ਜਾ ਕੇ ਆਖਿਆ ਨਹੀਂ ਮੈਂ ਮੁੱਖ ਮੰਤਰੀ ਮੈਂ ਠੀਕ ਆ, ਸੁਖਬੀਰ ਸਿੰਘ ਮੇਰੇ ਨਾਲ ਡਿਪਟੀ ਬਣੂਗਾ ਤੇ ਉੱਦਾਂ ਸਾਰਾ ਕੰਮਕਾਰ ਇਸੇ ਨੇ ਚਲਾਉਣਾ। ਤੇ ਸੁਖਬੀਰ ਸਿੰਘ ਅਜੇ ਤੱਕ ਕਹਿੰਦਾ ਪਿਛਲੀ ਵਾਰੀ ਤੇ ਮੈਂ ਡਿਪਟੀ ਸਾਂ, ਹੁਣ ਮੈਂ ਪੂਰਾ ਮੁੱਖ ਮੰਤਰੀ ਬਣਨਾ। ਹੁਣ ਬਾਪੂ ਨੂੰ ਇਹੋ ਜਿਹਾ ਨਾ ਭੁਲੇਖਾ ਜਿਹਾ ਨਹੀਂ ਰਹਿਣ ਦੇਣਾ ਚਾਹੀਦਾ। ਸੁਖਬੀਰ ਸਿੰਘ ਨੂੰ ਜੇ ਕਮਾਂਡ ਸੌਂਪੀ ਆ ਤੇ ਚਲਾਉਣ ਦੇਣਾ ਚਾਹੀਦਾ। ਜਿਹੜੀ ਦੁਚਿੱਤੀ ਆ ਸਾਰਿਆਂ ਦੇ ਮਨਾਂ ਵਿੱਚ ਕਿ ਬਾਪੂ ਕੁਰਸੀ ਤੇ ਬੈਠੂ ਕਿ ਬੇਟਾ, ਇਹ ਹੁਣ ਇੱਕ ਪਾਸੇ ਕਰ ਦੇਣਗੇ। ਅਜੇ ਤੇ ਇਹ ਹੀ ਨਹੀਂ ਪਤਾ ਕਿ ਝੋਲੀ 'ਚ ਖੈਰ ਪੈਣੀ ਕਿ ਨਹੀਂ ਪੈਣੀ। ਲੋਕ ਬੜੇ ਡਾਢੇ ਆ, ਉਹਨਾਂ ਦੇ ਮਨਾਂ 'ਚ ਕਈ ਕਿਸਮ ਦੇ ਗੁੱਸੇ ਹੈਗੇ ਨੇ। ਉਹਨਾਂ ਗੁੱਸਿਆਂ 'ਚੋਂ ਕਿੱਦਾਂ ਪਾਰਟੀ ਨੇ ਪਾਰ ਲੰਘਣਾ, ਲੰਘਿਆ ਜਾਣਾ ਕਿ ਨਹੀਂ ਲੰਘਿਆ ਜਾਣਾ, ਅਜੇ ਤੇ ਕੋਈ ਪਤਾ ਹੀ ਨਹੀਂ। ਪਰ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ, ਅਜੇ ਚੋਣਾਂ ਦੇ ਨਹੀਂ ਪਤਾ, ਨਤੀਜਿਆਂ ਦਾ ਨਹੀਂ ਪਤਾ ਤੇ ਪਹਿਲਾਂ ਹੀ ਇੱਥੋਂ ਤੱਕ ਪਹੁੰਚ ਜਾਵੇ ਜੀ, ਚੰਗਾ ਨਹੀਂ ਲੱਗਦਾ। ਬਾਪੂ ਨੂੰ ਥੋੜ੍ਹਾ ਜਿਹਾ ਹੁਣ ਸਬਰ ਕਰਨਾ ਚਾਹੀਦਾ। ਚਲੋ ਕੁਰਸੀ ਦਾ ਮੋਹ ਹੈ, ਕਿਸੇ ਦਿਨ ਤਾਂ ਰੁਕੇਗਾ ਹੀ। ਪਰ ਸਭ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਰਾਜਨੀਤਿਕ ਪਾਰਟੀਆਂ ਐਲਾਨ ਕਰਦੀਆਂ ਕਿ ਅਸੀਂ ਮੁਫਤ ਵਿੱਚ ਸਾਰਾ ਕੁਝ ਦੇਵਾਂਗੇ। ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਨੋਟਿਸ ਲਿਆ, ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਕਿ ਮਾਮਲਾ ਗੰਭੀਰ ਹੈ। ਇਹ ਗੈਰ ਜ਼ਿੰਮੇਵਾਰ ਜਿਹੜੇ ਬਿਆਨ ਦਿੰਦੇ ਆ ਸੁਪਰੀਮ ਕੋਰਟ ਦੇ ਰੁਖ ਨੂੰ ਕਿਵੇਂ ਦੇਖਦੇ ਆ? ਅੱਗੇ ਨਾ ਇੱਥੇ ਪੰਜਾਬ ਦੇ ਲੋਕਾਂ ਨੂੰ ਵਹਿਮ ਹੁੰਦਾ ਸੀ ਕਿ NRI ਜਿਹੜੇ ਉਹ ਵਿਦੇਸ਼ਾਂ 'ਚ ਕੰਮ ਨਹੀਂ ਕਰਦੇ, ਜਦੋਂ ਆਉਂਦੇ ਦਿੱਲੀ ਵਾਲੇ ਏਅਰਪੋਰਟ ਦੇ ਲਾਗੇ ਰੋਕਿਆ ਉੱਥੋਂ ਪੱਤੇ ਤੋੜ ਲਿਆਉਂਦੇ ਆ ਤੇ ਨੋਟ ਬਣ ਜਾਂਦੇ ਆ। ਇਹ ਵਹਿਮ ਹੁੰਦਾ ਸੀ। ਹੁਣ ਇਹ ਸਿਆਸੀ ਪਾਰਟੀਆਂ ਬਾਰੇ ਵਹਿਮ ਹੋ ਜਾਣਾ ਕਿ ਜਿੱਦਣ ਆਏ ਇਹਨਾਂ ਦੇ ਟਰੰਕਾਂ ਦੇ ਵਿੱਚ ਪੱਤੇ ਹੋਣੇ ਤੇ ਉਹਨਾਂ ਪੱਤਿਆਂ ਨੇ ਨੋਟ ਬਣ ਜਾਣਾ।
ਉਸ ਬੰਦੇ ਨੇ ਜਾ ਕੇ ਸੁਪਰੀਮ ਕੋਰਟ 'ਚ ਇੱਕ ਨੇ ਪਟੀਸ਼ਨ ਕਰ ਦਿੱਤੀ ਹੈ, ਕਹਿੰਦਾ ਜੀ ਜੇ ਆਮ ਆਦਮੀ ਪਾਰਟੀ ਜਿੱਤ ਗਈ ਤੇ ਇਹਨੂੰ ਹਰ ਮਹੀਨੇ ਆਪਣੇ ਵਾਅਦੇ ਪੂਰੇ ਕਰਨ ਲਈ 12,000 ਕਰੋੜ ਰੁਪਇਆ ਚਾਹੀਦਾ। ਜੇ ਅਕਾਲੀ ਪਾਰਟੀ ਜਿੱਤ ਗਈ ਇਹਨੂੰ 12 ਦੁਨਾ 24 ਤੇ ਇੱਕ 25,000 ਕਰੋੜ ਚਾਹੀਦਾ। ਤੇ ਜੇ ਕਾਂਗਰਸ ਪਾਰਟੀ ਜਿੱਤ ਗਈ ਤੇ ਫਿਰ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਨੂੰ 25 ਵੀ ਨਹੀਂ 30,000 ਕਰੋੜ ਰੁਪਇਆ ਚਾਹੀਦਾ। ਪਰ ਪੰਜਾਬ ਦੀ ਟੈਕਸਾਂ ਦੀ ਆਮਦਨ GST ਦੀ ਕਲੈਕਸ਼ਨ ਜਿਹੜੀ ਆ ਉਹ ਸਿਰਫ 1450 ਕਰੋੜ ਹੈ। ਇਹ 2,000 ਕਰੋੜ ਵੀ ਨਹੀਂ। ਆਮ ਆਦਮੀ ਪਾਰਟੀ 12,000 ਕਰੋੜ ਕਿੱਥੋਂ ਲਿਆਵੇਗੀ, ਅਕਾਲੀ ਪਾਰਟੀ 25,000 ਕਰੋੜ ਕਿੱਥੋਂ ਲਿਆਵੇਗੀ ਤੇ ਕਾਂਗਰਸ ਪਾਰਟੀ 30,000 ਕਰੋੜ ਕਿੱਥੋਂ ਲਿਆਵੇਗੀ, ਇਹ ਕੋਈ ਪਤਾ ਨਹੀਂ। ਔਰ ਦੂਜਾ ਉਹਨੇ ਵੱਡਾ ਸਵਾਲ ਇਹ ਉਠਾਇਆ ਕਿ ਇਹ ਪੈਸਾ ਸਰਕਾਰ ਦਾ ਲੋਕਾਂ ਦੇ ਟੈਕਸਾਂ 'ਚੋਂ ਆਇਆ। ਉਹਨਾਂ ਫੰਡਾਂ ਬਾਰੇ ਇਹਨਾਂ ਪਾਰਟੀਆਂ ਨੂੰ ਪਹਿਲਾਂ ਇਹ ਐਲਾਨ ਕਰਨ ਦਾ ਕੀ ਹੱਕ ਹੈ ਕਿ ਅਸੀਂ ਇਹ ਸਾਰੇ ਫੰਡ ਤੁਹਾਡੇ 'ਤੇ ਲਟਾ ਦਿਆਂਗੇ। ਔਰ ਉਹਨੇ ਆਪਣੀ ਪਟੀਸ਼ਨ ਜਿਹੜੀ ਆ ਸਿਰੇ ਲਾਉਣ ਲੱਗਿਆ ਆਪਣੀ ਬਹਿਸ, ਗੱਲ ਇੱਥੇ ਜਾ ਕੇ ਮੁਕਾਈ ਆ ਕਿ ਹੁਣ ਸਿਰਫ ਫੰਡਾਂ 'ਤੇ ਨਹੀਂ ਰਹਿਣੀ। ਹੌਲੀ ਹੌਲੀ ਇਹ ਹੋ ਸਕਦਾ ਕਿ ਇੱਕ ਸਿਆਸੀ ਪਾਰਟੀ ਲੋਕਾਂ ਨੂੰ ਜਾ ਕੇ ਆਖੇ ਚਿੰਤਾ ਨਾ ਕਰਿਓ, ਜੇ ਅਸੀਂ ਜਿੱਤ ਗਏ ਤੇ ਤੁਹਾਡੇ ਘਰ ਰੋਟੀਆਂ ਪਕਾਉਣ ਵੀ ਅਸੀਂ ਆਇਆ ਕਰਾਂਗੇ। ਤੇ ਦੂਸਰੀ ਪਾਰਟੀ ਇਹ ਕਹੇਗੀ ਕਿ ਇਹ ਤਾਂ ਸਿਰਫ ਰੋਟੀਆਂ ਪਕਾਉਣ ਵਾਲੇ, ਅਸੀਂ ਬੁਰਕੀਆਂ ਤੋੜ ਕੇ ਤੁਹਾਡੇ ਮੂੰਹ 'ਚ ਵੀ ਪਾਵਾਂਗੇ। ਆਹ ਗੱਲ ਦੇਸ਼ ਦੀ ਸੁਪਰੀਮ ਕੋਰਟ ਜਿਹੜੀ ਸਭ ਤੋਂ ਵੱਡੀ ਅਦਾਲਤ ਆ ਉਹਦੇ 'ਚ ਇਹਨਾਂ ਦਾ ਮਜ਼ਾਕ ਉੱਡਦਾ ਪਿਆ ਸਾਰੀਆਂ ਸਿਆਸੀ ਪਾਰਟੀਆਂ ਦਾ। ਇਹ ਜੋ ਕੁਝ ਕਰਦੇ ਪਏ ਆ ਹਰ ਕੋਈ ਲਾਰੇ ਤੇ ਲਾਰਾ ਲਾਈ ਜਾਂਦਾ, ਪੈਸੇ ਕਿੱਥੋਂ ਆਉਣੇ ਆ ਇਹ ਤਾਂ ਦੱਸਣ। ਵੱਡਾ ਮੁੱਦਾ ਹੈ। ਦੱਬ ਕੇ ਰੱਖਿਆ ਹੋਣਾ ਪਨੂ ਸਾਹਿਬ, ਕੋਈ ਜਿੰਨ ਜੁਨ ਕੇ ਨਿਕਲ ਹੀ ਆਊਗਾ, ਪਰ ਦੇਖਦੇ ਆ। ਵੇਖੋ ਜਿਹੜਾ ਇਹੋ ਜਿਹਾ ਖਜ਼ਾਨਾ ਨਾ ਉਹ ਅਜੇ ਤੱਕ ਤੇ ਕਦੇ ਕਿਸੇ ਨੂੰ ਲੱਭਾ ਨਹੀਂ। ਹਾਂ ਇਹ ਆ ਕਿ ਜਿੰਨੀ ਕੁ ਰਹਿੰਦ ਖੂੰਹਦ ਆ ਉਹ ਗਾਗਰਾਂ ਦੇ ਵਿੱਚੋਂ ਘਰੋੜੀ ਵੀ ਖੁਰਚ ਕੇ ਸਾਰੇ ਲਈ ਜਾਂਦੇ। ਹੁਣ ਜੇ ਕੋਈ ਮਾੜੀ ਮੋਟੀ ਹੋਲੀ ਤੇ ਥੜਾ ਜਿਹੜੇ ਆਉਣ ਵਾਲੇ ਉਹ ਚੱਟ ਲੈਣਗੇ, ਆਉਣਾ ਇੱਥੇ ਕੁਛ ਨਹੀਂ। ਚਲੋ ਮਨਪ੍ਰੀਤ ਸਿੰਘ ਬਾਦਲ ਨੂੰ ਬਹੁਤੀ ਤਕਲੀਫ ਨਹੀਂ ਹੋਣੀ। ਉਹ ਮਨਪ੍ਰੀਤ ਸਿੰਘ ਦਾ ਸੌਖਾ ਹੈ, ਜੇ ਕਿਸੇ ਦੂਜੀ ਪਾਰਟੀ ਦੀ ਸਰਕਾਰ ਵੀ ਬਣ ਗਈ ਉਹਨੇ ਫਿਰ ਖਜ਼ਾਨਾ ਮੰਤਰੀ ਬਣ ਜਾਣਾ। ਪਰ ਸਰ ਤੁਸੀਂ ਸਾਰੀਆਂ ਖਬਰਾਂ 'ਤੇ ਚਰਚਾ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।